हाँ जी, सत श्री अकाल साਰਿਆਂ ਨੂੰ ਜੀ। ਅੱਜ ਇਹ ਸੈਸ਼ਨ ਜਿਹੜਾ ਤੁਸੀਂ ਕੈਪਸ਼ਨ ਪੜ੍ਹ ਰਹੇ ਹੋ ਕਿ 5.5 ਦੇ ਵਿੱਚ ਕਿਵੇਂ ਵੀਜ਼ਾ ਲਿਆ ਜਾਵੇ, ਤਾਂ ਇਹ ਖਾਸ ਕਰਕੇ ਸੈਸ਼ਨ ਉਹਨਾਂ ਸਟੂਡੈਂਟਸ ਲਈ ਆ ਸਪੈਸ਼ਲੀ ਜਿਹੜੇ ਸਟੂਡੈਂਟਾਂ ਦੇ ਇੱਕ ਮੋਡਿਊਲ ਵਿੱਚੋਂ 5.5 ਆ ਔਰ ਓਵਰਆਲ ਉਹਨਾਂ ਦੇ 6 ਆ ਜਾਂ 6.5 ਆ, ਬਟ ਉਹ ਨਿਰਾਸ਼ ਹੋ ਕੇ ਘਰੇ ਬੈਠੇ ਹੋਏ ਆ ਔਰ ਵਾਰ-ਵਾਰ ਟੈਸਟ ਦੇ ਰਹੇ ਆ ਕਿ ਸਾਡੇ 6 ਈਚ ਬੈਂਡ ਆ ਜਾਣ ਔਰ ਆਪਣਾ ਕੇਸ ਅਪਲਾਈ ਨਹੀਂ ਕਰ ਰਹੇ। ਕਈ ਸਟੂਡੈਂਟਸ ਮੈਂ ਇਦਾਂ ਦੇ ਵੀ ਦੇਖੇ ਆ ਜਿਹੜੇ 4-4 ਵਾਰੀ ਟੈਸਟ ਦੇ ਰਹੇ ਆ, ਬਟ ਉਹਨਾਂ ਦੇ ਕਦੇ ਰੀਡਿੰਗ ਦੇ ਵਿੱਚੋਂ 5.5 ਰਹਿ ਜਾਂਦੇ ਆ, ਕਦੇ ਰਾਈਟਿੰਗ ਦੇ ਵਿੱਚੋਂ ਰਹਿ ਜਾਂਦੇ ਆ, ਜਾਂ ਕਿਸੇ ਮੋਡਿਊਲ ਵਿੱਚੋਂ ਮਤਲਬ ਇੱਕ ਮੋਡਿਊਲ ਵਿੱਚੋਂ 5.5 ਜਿਹੜੇ ਬੈਂਡ ਆ ਉਹ ਘਟ ਜਾਂਦੇ ਆ ਔਰ ਓਵਰਆਲ ਬਹੁਤ ਉਹਨਾਂ ਦਾ ਅੱਛਾ ਸਕੋਰ ਹੁੰਦਾ, ਬਟ ਉਹ ਡੀਮੋਟੀਵੇਟ ਹੋਏ ਹੁੰਦੇ ਆ ਕਿ ਸਾਡੇ 1 ਚੋਂ 5.5 ਆ ਗਏ, ਸਾਡਾ ਵੀਜ਼ਾ ਨਹੀਂ ਲੱਗਣਾ। ਤੇ ਅੱਜ ਮੈਂ ਤੁਹਾਨੂੰ ਉਹਨਾਂ ਸਟੂਡੈਂਟਸ ਦੇ ਕਿਵੇਂ ਵੀਜ਼ਾ ਲਿਆ ਜਾ ਸਕਦਾ ਉਹਨਾਂ ਬਾਰੇ ਦੱਸਾਂਗਾ। ਸਟੂਡੈਂਟਸ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਗੀ। 5.5 ਦਾ ਇੱਕ ਪੈਰਾਮੀਟਰ ਆ। ਦੇਖੋ ਅੰਬੈਸੀ ਕੀ ਆ, ਅੰਬੈਸੀ ਦੇ ਪੈਰਾਮੀਟਰ ਸੈੱਟ ਕੀਤੇ ਹੁੰਦੇ ਆ। ਅਗਰ ਤੁਹਾਡੀ ਫਾਈਲ SDS ਵਿੱਚ ਜਾਂਦੀ ਆ 6 ਈਚ ਬੈਂਡ ਆ ਤਾਂ ਉਹਦਾ ਇੱਕ ਅਲੱਗ ਪੈਰਾਮੀਟਰ ਆ। ਅਗਰ ਤੁਹਾਡੀ ਫਾਈਲ ਨੌਨ SDS ਦੇ ਵਿੱਚ ਜਾਂਦੀ ਆ ਤਾਂ ਉਹਦਾ ਇੱਕ ਅਲੱਗ ਪੈਰਾਮੀਟਰ ਹੁੰਦਾ। ਮਤਲਬ ਵੀਜ਼ਾ ਅਫਸਰ 5.5 ਇੱਕ ਮੋਡਿਊਲ ਦੇ ਵਿੱਚ ਅਗਰ ਬੈਂਡ ਹੈਗੇ ਆ, ਜਾਂ ਕਈਆਂ ਜੇ 2 ਮੋਡਿਊਲਾਂ ਦੇ ਵਿੱਚੋਂ 5.5 ਹੁੰਦੇ, ਉਹਨਾਂ ਦੇ ਵੀ ਵੀਜ਼ੇ ਅਸੀਂ ਲੱਗਦੇ ਦੇਖੇ, ਆਪਣੇ ਹੱਥੀ ਵੀਜ਼ੇ ਲਏ ਆ 2 ਮੋਡਿਊਲਸ ਦੇ ਵਿੱਚੋਂ 5.5 ਬੈਂਡ। ਬਟ ਉਹ ਕੇਸ ਨੂੰ ਤਿਆਰ ਕਰਨ ਦਾ ਇੱਕ ਤਰੀਕਾ ਹੁੰਦਾ। ਰਿਕੁਆਇਰਮੈਂਟ ਦੇ ਜਿਹੜਾ ਪੈਰਾਮੀਟਰ ਦੇ ਵਿੱਚ ਆਉਣਾ ਹੁੰਦਾ। ਤੁਸੀਂ SDS ਦੇ ਵਿੱਚ ਵੀਜ਼ਾ ਅਫਸਰ ਕੀ ਮੰਗਦਾ ਕਿ ਤੁਹਾਡੀ 1 ਸਾਲ ਦੀ ਫੀਸ ਲੱਗ ਗਈ, GIC ਲੱਗ ਗਈ ਔਰ ਤੁਹਾਡੀ ਜਿਹੜਾ 2 ਇਅਰਸ ਜਾਂ 1 ਈਅਰ ਦਾ ਕੋਰਸ ਹੋ ਗਿਆ ਤੁਹਾਡਾ, ਮਤਲਬ ਕੋਈ ਜ਼ਿਆਦਾ ਰਿਕੁਆਇਰਮੈਂਟ ਨਹੀਂ ਚਾਹੀਦੀ ਹੁੰਦੀ। SDS ਦੇ ਵਿੱਚ 6 ਈਚ ਬੈਂਡ ਆ, ਤੁਸੀਂ ਸਿੱਧੀ ਫਾਈਲ ਬਸ ਆਪਣੀ ਲਾ ਦਿਓ। ਕੋਈ ਤੁਹਾਨੂੰ ਜ਼ਿਆਦਾ ਸੋਰਸ ਆਫ ਇਨਕਮ ਨਹੀਂ ਸ਼ੋ ਕਰਾਉਣ ਦੀ ਲੋੜ ਹੁੰਦੀ, ਜਾਂ ਤੁਹਾਨੂੰ ਕੋਈ ਕਿਸੇ SOP ਤੋਂ ਬਿਨਾਂ ਵੀ ਵੀਜ਼ਾ ਲਿਆ ਜਾ ਸਕਦਾ 6 ਈਚ ਬੈਂਡ ਵਾਲਿਆਂ ਦਾ। ਬਟ ਉਹਦੇ ਉਲਟ, ਉਹਦੇ ਵਿਪਰੀਤ 1 ਚੋਂ 5.5 ਬੈਂਡ ਜਿਨ੍ਹਾਂ ਬੱਚਿਆਂ ਦੇ ਹੁੰਦੇ ਆ, ਉਹਨਾਂ ਦੇ ਵਿੱਚ ਕੁਝ ਐਕਸਟਰਾ ਐਫਰਟ ਕਰਨੇ ਪੈਂਦੇ ਆ। ਅੱਜ ਮੈਂ ਉਹ ਡਿਸਕਸ ਕਰਾਂਗਾ। ਸਾਨੂੰ 10 ਤੋਂ 12 ਸਾਲ ਦਾ ਜਿਹੜਾ ਐਕਸਪੀਰੀਅੰਸ ਹੋ ਚੁੱਕਿਆ ਇਸ ਲਾਈਨ ਦੇ ਵਿੱਚ। 1 ਚੋਂ 5.5 ਬੈਂਡ ਹੋਣ ਇੱਕ ਮੋਡਿਊਲ ਦੇ ਵਿੱਚ ਔਰ ਓਵਰਆਲ 6 ਹੋਣ, 6.5 ਹੋਣ, ਤਾਂ ਅਸੀਂ ਗਰੰਟੀਡ ਜਿਹੜਾ ਵੀਜ਼ਾ ਹੁੰਦਾ ਸਟੈਂਪ ਕਰਾਉਣ ਦਾ ਦਾਅਵਾ ਕਰਦੇ ਹਾਂ, ਕਿਉਂਕਿ ਸਾਨੂੰ ਪਤਾ ਹੁੰਦਾ ਇਹ ਵੀਜ਼ਾ ਕਿਵੇਂ ਲਿਆ ਜਾ ਸਕਦਾ। ਦੇਖੋ, ਸਭ ਤੋਂ ਪਹਿਲੀ ਗੱਲ ਕਿ ਗਵਰਨਮੈਂਟ ਕਾਲਜ, ਸਰਕਾਰੀ ਕਾਲਜ ਲਿਆ ਜਾਵੇ ਔਰ ਕੋਰਸ ਆ ਜਿਹੜਾ ਉਹ ਲੀਨੀਅੰਟ ਕੋਰਸ ਲਿਆ ਜਾਵੇ। ਮਤਲਬ ਅਗਰ ਤੁਹਾਡੀ ਆਰਟਸ ਕੀਤੀ, ਮੈਡੀਕਲ ਕੀਤੀ, ਜਾਂ ਕਿਸੇ ਵੀ ਸਟਰੀਮ ਦੇ ਤੁਸੀਂ ਸਟੂਡੈਂਟ ਹੋ, ਤੁਹਾਡਾ ਕੋਰਸ ਜ਼ਿਆਦਾ ਔਖਾ ਨਹੀਂ ਹੋਣਾ ਚਾਹੀਦਾ। ਮਤਲਬ ਪ੍ਰੈਕਟੀਕਲੀ ਕੋਰਸ ਹੋਵੇ, ਜ਼ਿਆਦਾ ਹਾਈਬ੍ਰਿਡ ਜਿਹੜਾ ਕੋਰਸ ਨਾ ਹੋਵੇ। ਜਿਵੇਂ ਹੌਸਪਿਟੈਲਿਟੀ ਮੈਨੇਜਮੈਂਟ ਹੋ ਗਿਆ, ਹੋਟਲ ਮੈਨੇਜਮੈਂਟ ਹੋ ਗਿਆ, ਕੁਲਿਨਰੀ ਹੋ ਗਿਆ, ਸ਼ੈਫ ਦਾ ਹੋ ਗਿਆ, ਫੂਡ ਨਿਊਟ੍ਰੀਸ਼ਨ ਦਾ ਹੋ ਗਿਆ। ਤਾਂ ਇਦਾਂ ਦੇ ਕੋਰਸ ਲਵੋ ਜਿਹੜੇ ਕਿ ਜ਼ਿਆਦਾ ਔਖੇ ਨਾ ਹੋਣ, ਕਿਉਂਕਿ ਵੀਜ਼ਾ ਅਫਸਰ ਫਿਰ ਇਹ ਸੋਚਦਾ ਚਲੋ ਕੋਈ ਗੱਲ ਨਹੀਂ 1 ਚੋਂ 5.5 ਬੈਂਡ ਆ, ਬਟ ਕੋਰਸ ਬਹੁਤ ਸੌਖਾ ਲਿਆ, ਇਹ ਉਹ ਕੋਰਸ ਕੰਪਲੀਟ ਕਰ ਸਕਦਾ। ਸੈਕੰਡਲੀ ਸਟੂਡੈਂਟਸ ਫੰਡਸ, ਤੁਸੀਂ ਵੀਜ਼ਾ ਅਫਸਰ ਨੂੰ ਦਿਖਾਓ ਕਿ ਅਸੀਂ ਬਹੁਤ ਫੈਮਿਲੀ, ਸਾਡੀ ਜਿਹੜੀ ਫਾਈਨੈਂਸ਼ੀਅਲ ਬਾਉਂਡ ਆ ਬਹੁਤ ਸਟਰੋਂਗ ਆ, ਅਸੀਂ ਜਿਹੜਾ ਨੈਕਸਟ ਈਅਰ ਦੀ ਫੀਸ ਪੇ ਕਰ ਸਕਦੇ ਆ। ਔਰ ਉਹਦੇ ਵਿੱਚ ਤੁਸੀਂ ITR ਦਿਖਾ ਦਿਓ, 2 ਤੋਂ 3 ਸਾਲ ਦੀਆਂ ITR ਦਿਖਾ ਦਿਓ, ਆਪਣੇ ਫਾਦਰ ਦੇ ਨਾਮ ਦਿਖਾ ਦਿਓ, ਮਦਰ ਦੇ ਨਾਮ ਦਿਖਾ ਦਿਓ, ਡਜ਼ਨਟ ਮੈਟਰ, ਬਟ ਉਹ ਜ਼ਰੂਰ ਦਿਖਾਓ। ਉਸ ਤੋਂ ਇਲਾਵਾ ਤੁਸੀਂ ਫੰਡ ਸ਼ੋ ਕਰਾ ਦਿਓ, ਬੈਂਕ ਬੈਲੈਂਸ ਸਰਟੀਫਿਕੇਟ, ਜਿਵੇਂ 5 ਤੋਂ 7 ਲੱਖ ਤੁਸੀਂ ਅਕਾਊਂਟ ਦੇ ਵਿੱਚ ਰੱਖੋ। ਮਤਲਬ ਮਿਨੀਮਮ ਤੁਸੀਂ 7 ਤੋਂ 8 ਲੱਖ ਰੁਪਇਆ ਰੱਖਣਾ ਚਾਹੀਦਾ। ਕਈ ਲੋਕ ਸਟੂਡੈਂਟਸ 10 ਲੱਖ ਦੇ ਫੰਡ ਵੀ ਸਾਨੂੰ ਦੇ ਦਿੰਦੇ ਆ, ਬਟ ਕਈ ਸਟੂਡੈਂਟਸ ਦਾ ਕੀ ਹੁੰਦਾ, ਉਹਨਾਂ ਕੋਲੇ ਫੰਡ ਨਹੀਂ ਹੁੰਦੇ ਔਰ 1 ਚੋਂ 5.5 ਬੈਂਡ ਹੁੰਦੇ ਆ। ਉਹ ਸਟੂਡੈਂਟ ਕਹਿੰਦੇ ਆ ਕਿ ਸਰ ਸਾਡੇ ਕੋਲੇ ਤਾਂ ਸਿਰਫ ਫੀਸਾਂ ਜੋਗੇ ਪੈਸੇ ਆ, ਅਸੀਂ ਆਪਣੀ GIC ਪੇ ਕਰ ਸਕਦੇ ਹਾਂ, ਅਸੀਂ ਆਪਣੀ ਫੀਸ ਪੇ ਕਰ ਸਕਦੇ ਹਾਂ, ਮਤਲਬ ਫਾਲਤੂ ਸਾਡੇ ਕੋਲੇ ਪੈਸਾ ਹੈ ਨਹੀਂਗਾ ਸ਼ੋ ਕਰਵਾਉਣ ਦੇ ਲਈ। ਔਰ ਕਿਉਂਕਿ ਜਦੋਂ ਤੁਹਾਡਾ ਇੱਕ ਵਾਰੀ ਐਮਬੈਸੀ ਫਾਈਲ ਲੱਗ ਗਈ, ਫੰਡ ਉਹਨਾਂ ਟਾਈਮ ਤੁਸੀਂ ਨਹੀਂ ਕਢਵਾ ਸਕਦੇ ਜਿੰਨਾ ਟਾਈਮ ਤੁਹਾਡਾ ਰਿਜ਼ਲਟ ਨਹੀਂ ਆਉਂਦਾ। ਤਾਂ ਉਹਦਾ ਮੈਂ ਤੁਹਾਨੂੰ ਅਲਟਰਨੇਟਿਵ ਦੱਸਦਾ, ਤੁਸੀਂ ਆਪਣਾ 골ਡ ਸਰਟੀਫਿਕੇਟ ਲਾ ਸਕਦੇ ਹੋ। ਜਿਵੇਂ ਅਗਰ ਤੁਹਾਡੇ ਘਰੇ 골ਡ, ਆਪਾਂ ਦੇਖਦੇ ਹਰ ਕਿਸੇ ਘਰੇ 골ਡ, ਜਿਹੜਾ ਘਰ ਦੇ ਵਿੱਚ 골ਡ ਪਿਆ ਹੁੰਦਾ, ਤਾਂ ਉਹ ਸੁਨਿਆਰੇ ਦੇ ਕੋਲੇ ਜਾਓ, ਉਹਦੀ ਵੈਲਿਊਏਸ਼ਨ ਪਵਾ ਲਓ। ਉੱਥੇ ਆਈਟਮਾਂ ਆ ਜਾਂਦੀਆਂ ਕਿ ਕੀ ਆਈਟਮ ਆ ਤੁਹਾਡੇ ਕੋਲੇ 골ਡ ਦੇ ਵਿੱਚ, ਕਿਹੜੀ ਚੀਜ਼ ਆ, ਉਹਨਾਂ ਦਾ ਸਾਹਮਣੇ ਗ੍ਰਾਮ ਆ ਜਾਂਦਾ ਕਿ ਕਿੰਨੇ ਗ੍ਰਾਮ ਦੀ ਆ ਉਹ, ਉਹਦੇ weight ਆ ਜਾਂਦਾ ਔਰ ਉਸ ਹਿਸਾਬ ਨਾਲ ਉਹਦੀ ਕੀਮਤ ਪੈ ਜਾਂਦੀ ਔਰ ਟੋਟਲ ਆ ਜਾਂਦਾ। ਜਿਵੇਂ ਮੰਨ ਲਓ 7 ਤੋਂ 8 ਲੱਖ ਦਾ 골ਡ ਜਿਹੜਾ ਉਹ ਬਣ ਜਾਂਦਾ। ਅਗਰ ਤੁਸੀਂ 골ਡ ਸਮਿਥ ਜਿਹੜੇ ਸੁਨਿਆਰੇ ਆ ਉਹਨਾਂ ਦੇ ਸ਼ਾਪਸ ਤੇ ਜਾ ਕੇ ਤੁਸੀਂ ਬਣਵਾਉਂਦੇ ਹੋ ਤਾਂ ਬਣ ਜੂਗਾ।
ਕੋਈ ਪ੍ਰੋਬਲਮ ਨਹੀਂ ਆਉਂਦੀ, ਉਹ ਵੀ ਤੁਹਾਡਾ ਫੰਡ ਦੇ ਤੌਰ ਤੇ ਵਰਤਿਆ ਜਾਂਦਾ। ਉਹ ਵੀ ਤੁਹਾਨੂੰ ਮੈਂ ਦੱਸਦਾ। ਹੁਣ ਕਈ ਸਟੂਡੈਂਟ ਦਾ ਇੱਥੇ ਸਵਾਲ ਹੋਊਗਾ, ਸਰ ਉਹ ਤਾਂ 골ਡ ਆ, ਉੱਥੇ ਉਹ ਫੰਡ ਕਿਵੇਂ ਸ਼ੋ ਹੋ ਜਾਣਗੇ? ਵੀਜ਼ਾ ਆਫਿਸਰ ਕਦੇ ਵੀ ਤੁਹਾਡੀ ਪ੍ਰਾਪਰਟੀ ਨੂੰ ਨਹੀਂ ਕਾਊਂਟ ਕਰਦਾ। ਬੇਸ਼ੱਕ ਤੁਸੀਂ ਸੀਏ ਰਿਪੋਰਟ ਬਣਾ ਦਿਓ, ਉਹਦੇ ਵਿੱਚ ਪ੍ਰਾਪਰਟੀ ਲਿਖ ਦਿਓ, ਚਾਹੇ ਤੁਹਾਡੇ ਕਿੰਨੀ ਵੀ ਜ਼ਮੀਨ ਆ, ਵੀਜ਼ਾ ਅਫਸਰ ਇਸ ਚੀਜ਼ ਨੂੰ ਕਾਊਂਟ ਨਹੀਂ ਕਰਦਾ। ਕਿਉਂਕਿ ਵੀਜ਼ਾ ਅਫਸਰ ਨੂੰ ਪਤਾ ਕੱਲ ਨੂੰ ਜਦੋਂ ਇਹਨਾਂ ਨੂੰ ਫੀਸ ਭਰਨ ਦੀ ਲੋੜ ਪਈ, ਜ਼ਮੀਨ ਇਹਨਾਂ ਦੀ ਵਿਕੇ ਨਾ ਵਿਕੇ, ਬਟ ਜਿਹੜਾ 골ਡ ਆ ਉਹ ਅੱਧੇ ਘੰਟੇ ਦੇ ਵਿੱਚ ਇਹ ਸੇਲ ਕਰਕੇ ਆਪਣੇ ਬੱਚੇ ਨੂੰ ਕੈਨੇਡਾ ਪੈਸੇ ਪਾ ਸਕਦੇ ਔਰ ਨੈਕਸਟ ਈਅਰ ਦੀ ਫੀਸ ਪੇ ਕਰ ਸਕਦੇ ਆ। ਇਸ ਕਰਕੇ ਜਿਹੜਾ 골ਡ ਸਰਟੀਫਿਕੇਟ ਆ ਉਹ ਬਹੁਤ ਹੀ ਜਿਹੜਾ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ। ਔਰ ਖਾਸ ਕਰਕੇ ਇਸ ਚੀਜ਼ ਦਾ ਖਿਆਲ ਰੱਖਿਓ ਕਿ GST ਨੰਬਰ ਹੋਵੇ, ਰਜਿਸਟਰਡ ਹੋਵੇ। ਜਿਹੜਾ ਤੁਹਾਡਾ ਦੁਕਾਨਦਾਰ ਆ ਸੋਨੇ ਦਾ ਜਿਹੜਾ ਕੰਮ ਕਰਦਾ, ਉਹ ਰਜਿਸਟਰਡ 골ਡ ਸਮਿਥ ਹੋਵੇ ਔਰ ਬਹੁਤ ਵਧੀਆ ਲੈਟਰ ਪੈਡ ਤੇ ਉਹਨੇ ਲਿਖ ਕੇ ਦਿੱਤਾ ਹੋਵੇ। ਤਾਂ ਸੈਕਿੰਡ ਤਾਂ ਚੀਜ਼ ਇਹ ਰਹਿ ਗਈ ਕਿ ਪਹਿਲਾਂ ਫਸਟ ਹੋ ਗਿਆ ਤੁਹਾਡਾ ਜਿਹੜਾ ਗਵਰਨਮੈਂਟ ਕਾਲਜ ਔਰ ਕੋਰਸ ਸਿਲੈਕਸ਼ਨ ਅੱਛੀ ਹੋਣੀ ਚਾਹੀਦੀ ਹੈ। ਸੈਕਿੰਡ ਹੋ ਗਿਆ ਤੁਹਾਡਾ ਫੰਡਸ, ਸੋਰਸ ਆਫ ਇਨਕਮ। ITR 2 ਤੋਂ 3 ਸਾਲ ਦੀਆਂ ਜ਼ਰੂਰ ਲਾਓ ਆਪਣੀਆਂ। ITR ਜਦੋਂ ਤੁਸੀਂ ਲਗਾਉਂਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਜਿਹੜਾ ਬਹੁਤ ਹੀ ਫਾਈਨੈਂਸ਼ੀਅਲ ਤੁਸੀਂ ਸਾਊਂਡ ਹੋ ਜਾਂਦੇ ਹੋ, ਸਟਰੋਂਗ ਹੋ ਜਾਂਦੇ ਹੋ। ਤਾਂ ਇਹ ਚੀਜ਼ਾਂ ਬਾਕੀ ਫਾਈਲਿੰਗ ਤੇ ਡਿਪੈਂਡ ਕਰਦਾ। SOP ਥਰਡ ਨੰਬਰ ਤੇ SOP ਆ ਗਈ। SOP ਤੁਹਾਡੀ ਜ਼ਿਆਦਾ ਲੈਂਥੀ ਨਹੀਂ ਹੋਣੀ ਚਾਹੀਦੀ, ਬਹੁਤ ਵੱਡੀ ਨਹੀਂ ਹੋਣੀ ਚਾਹੀਦੀ। 250-300 ਵਰਡ ਬਹੁਤ ਆ। ਉਹਦੇ ਵਿੱਚ ਤੁਸੀਂ ਬਹੁਤ ਮਤਲਬ ਤਰੀਕੇ ਦੇ ਵਿੱਚ ਤੁਹਾਡੀ SOP ਲਿਖੀ ਹੋਣੀ ਚਾਹੀਦੀ, ਪ੍ਰੋਫੈਸ਼ਨਲ SOP ਹੋਣੀ ਚਾਹੀਦੀ ਆ। ਔਰ ਤੁਸੀਂ ਦੱਸਿਆ ਹੋਵੇ ਮੇਨ ਜਿਹੜਾ ਤੁਹਾਡਾ ਲਾਸਟ ਪੈਰਾ ਆਉਂਦਾ SOP ਦੇ ਵਿੱਚ, ਫਿਊਚਰ ਐਂਡ ਪ੍ਰੋਸਪੈਕਟਸ, ਕਿ ਤੁਸੀਂ ਇੰਡੀਆ ਦੇ ਵਿੱਚ ਤੁਸੀਂ ਕੈਨੇਡਾ ਜਾ ਕੇ ਇੰਡੀਆ ਆ ਕੇ ਕੀ ਕਰੋਗੇ। ਤਾਂ ਉੱਥੇ ਬਹੁਤ ਸਟਰੋਂਗ ਤੁਹਾਡਾ ਜਿਹੜਾ ਪੁਆਇੰਟ ਹੋਣਾ ਚਾਹੀਦਾ ਕਿ ਤੁਸੀਂ ਇੰਡੀਆ ਆ ਕੇ ਕਿਹੜੀ ਕੰਪਨੀ 'ਚ ਜੌਬ ਕਰੋਗੇ ਔਰ ਕਿੰਨੀ ਤੁਹਾਡੀ ਸੈਲਰੀ ਹੋਗੀ, ਤੁਹਾਡੇ ਫਿਊਚਰ ਪਲਾਨਸ ਕੀ ਆ। ਤਾਂ ਥਰਡ ਹੈਗਾ SOP। ਫੋਰਥ ਪੁਆਇੰਟ ਹੈਗਾ ਤੁਹਾਡੀ ਫਾਈਲਿੰਗ। ਤੁਹਾਡੀ ਜਦੋਂ ਫਾਈਲਿੰਗ ਕੋਈ ਵੀ ਜਦੋਂ ਕੋਈ ਏਜੰਟ ਕਰਦਾ ਤਾਂ ਉਹ ਫਾਈਲਿੰਗ ਦੇ ਵਿੱਚ ਕਈ ਤਰ੍ਹਾਂ ਦੇ ਪੁਆਇੰਟ ਹੁੰਦੇ। ਇੱਕ ਚੋਂ 5.5 ਬੈਂਡ ਵਾਲਿਆਂ ਲਈ ਕੁਝ ਅਲੱਗ ਕਰਨਾ ਪੈਂਦਾ, ਐਕਸਟਰਾ ਆਰਡੀਨਰੀ ਕਰਨਾ ਪੈਂਦਾ। ਸ਼ਾਰਟ ਵੀਜ਼ਾ ਲੱਗਦਾ, ਬਟ ਇੰਡਸਟਰੀ ਦੇ ਵਿੱਚ ਕੀ ਹੁੰਦਾ ਕਿ ਇੱਕ ਚੋਂ 5.5 ਬੈਂਡ ਆ ਜਾਂ ਦੋਨਾਂ ਚੋਂ 5.5 ਬੈਂਡ ਆ। ਹਾਂ, ਇੱਥੇ ਮੈਂ ਇਹ ਗੱਲ ਕਲੀਅਰ ਕਰ ਦੇਣੀ ਚਾਹਣਾ, ਅਗਰ ਦੋਨਾਂ ਚੋਂ 5.5 ਬੈਂਡ ਆ ਤਾਂ ਤੁਹਾਡੀ ਓਵਰਆਲ ਪਰਸੈਂਟੇਜ ਬਹੁਤ ਅੱਛੀ ਹੋਣੀ ਚਾਹੀਦੀ ਆ ਔਰ ਤੁਸੀਂ ਰੀਸੈਂਟਲੀ ਪਾਸ ਆਊਟ ਹੋਣੇ ਚਾਹੀਦੇ ਆ, ਫਿਰ ਵੀਜ਼ਾ ਲੱਗਦਾ। ਬਟ 5.5 ਦੇ ਵਿੱਚ ਅਗਰ ਤੁਸੀਂ 2017-18 ਪਾਸ ਆਊਟ ਹੋ ਤਾਂ ਵੀ ਤੁਹਾਡਾ ਜਿਹੜਾ ਉਹ ਵੀਜ਼ਾ ਲੱਗ ਜਾਂਦਾ। ਤਾਂ ਅੱਜ ਦਾ ਮੇਰਾ ਇਹ ਸੈਸ਼ਨ ਸਪੈਸ਼ਲੀ ਫੋਕਸ ਸੀਗਾ 1 ਚੋਂ 5.5 ਬੈਂਡ ਵਾਲਿਆਂ ਲਈ। ਜਿਨ੍ਹਾਂ ਦੇ 1 ਚੋਂ 5.5 ਬੈਂਡ ਆ ਉਹਨਾਂ ਦਾ ਵੀਜ਼ਾ ਸ਼ੋਰਟ ਲੱਗਦਾ, ਬਟ ਤੁਹਾਨੂੰ ਫਾਈਲ ਨੂੰ ਜਿਹੜਾ ਤਿਆਰ ਕਰਨ ਦਾ ਤੁਹਾਡੇ ਏਜੰਟ ਨੂੰ ਤਰੀਕਾ ਹੋਣਾ ਚਾਹੀਦਾ। ਉਹ ਤਰੀਕਾ ਅਗਰ ਏਜੰਟ ਨੂੰ ਆਉਂਦਾ, ਜੋ ਚੀਜ਼ਾਂ ਮੈਂ ਦੱਸੀਆਂ, ਹੋਰ ਵੀ 2-4 ਚੀਜ਼ਾਂ ਹੈਗੀਆਂ ਜਿਹੜੀਆਂ ਅਗਰ ਅਸੀਂ ਮਤਲਬ ਮੈਂ ਜ਼ਿਆਦਾ ਕਲੀਅਰ ਕਰਨ ਲੱਗ ਜਾ ਤਾਂ ਇਹ ਸੈਸ਼ਨ ਬਹੁਤ ਲੰਬਾ ਹੋ ਜਾਏਗਾ। ਬਟ ਤੁਹਾਨੂੰ ਮੇਨ ਚੀਜ਼ਾਂ ਮੈਂ ਦੱਸ ਦਿੱਤੀਆਂ ਹੋਈਆਂ ਕਿ 5.5 ਤੇ ਕਿਵੇਂ ਵੀਜ਼ਾ ਤੁਸੀਂ ਲੈ ਸਕਦੇ ਹੋ। ਬਾਕੀ ਤੁਹਾਨੂੰ ਜ਼ਿਆਦਾ ਜਾਣਕਾਰੀ ਲਈ ਐਨੀ ਟਾਈਮ ਤੁਸੀਂ ਕੰਟੈਕਟ ਕਰ ਸਕਦੇ ਹੋ। ਮੇਰੀ ਇੱਕ ਰਿਕੁਐਸਟ ਆ ਕਿ ਇਹ ਜਿਹੜਾ ਮੇਰਾ YouTube ਦਾ ਚੈਨਲ ਆ, ਇਹਦਾ ਬੈਲ ਆਈਕਨ ਜ਼ਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਮੈਂ ਤੁਹਾਡੇ ਮੋਟੀਵੇਸ਼ਨ ਨਾਲ ਜਦੋਂ ਤੁਸੀਂ ਲਾਈਕਸ ਕਰਦੇ ਹੋ ਜਾਂ ਤੁਸੀਂ ਤੁਹਾਡੇ ਵਿਊ ਆਉਂਦੇ, ਸਾਨੂੰ ਪਤਾ ਲੱਗਦਾ ਕਿ ਸਾਨੂੰ ਲੋਕ ਜਿਹੜਾ ਸਟੂਡੈਂਟ ਸੁਣਨਾ ਚਾਹੁੰਦੇ ਆ। ਅਸੀਂ ਫਿਰ ਹੋਰ ਵੀ ਇਨਫੋਰਮੇਟਿਵ ਮੋਟੀਵੇਟ ਹੋ ਕੇ ਇਨਫੋਰਮੇਟਿਵ ਵੀਡੀਓਜ਼ ਆ ਜਿਹੜੀਆਂ ਤੁਹਾਡੇ ਲਈ ਲੈ ਕੇ ਆਉਣੇ ਆ। ਤਾਂ ਮੇਰੀ ਰਿਕੁਐਸਟ ਆ ਕਿ ਉਹ ਸਬਸਕ੍ਰਾਈਬ ਜ਼ਰੂਰ ਕਰ ਦੇਣ। ਬਾਕੀ ਜ਼ਿਆਦਾ ਜਾਣਕਾਰੀ ਲਈ ਐਨੀ ਟਾਈਮ ਕੰਟੈਕਟ ਮੀ। ਥੈਂਕ ਯੂ ਜੀ, ਧੰਨਵਾਦ।